ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਵਿਲੱਖਣ ਸ਼ਖਸੀਅਤ ਹੈ, ਉਹਦੇ ਬਹੁਤ ਸਾਰੇ ਐਂਗਲਸ ਨੇ। ਜੇ ਅੱਜ ਅਸੀਂ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਦੇਖਦੇ ਹਾਂ, ਪ੍ਰੋਫੈਸਰ ਤੁਸੀਂ ਉਹਨਾਂ ਨੂੰ ਕਿਹੜੇ ਕਿਹੜੇ ਐਂਗਲਸ ਤੋਂ ਦੇਖਦੇ ਹੋ? ਖਾਸ ਤੌਰ 'ਤੇ ਜੇ ਸਿਆਸੀ ਨੁਕਤਾ ਨਿਗਾਹ ਨਾਲ ਵੇਖਦੇ ਹਾਂ ਤਾਂ ਡੈਮੋਕ੍ਰੇਸੀ ਦਾ ਸਿਧਾਂਤ ਗੁਰੂ ਸਾਹਿਬ ਨੇ ਬਹੁਤ ਪਹਿਲਾਂ ਦੇ ਦਿੱਤਾ ਸੀ। ਸੈਨ ਸਾਹਿਬ, ਗੁਰੂ ਸਾਹਿਬ ਦੀ ਪਰਸਨੈਲਿਟੀ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਪਹਿਲੀ ਤਾਂ ਜਿਹੜੇ ਆਪਣੇ ਸੁਣਨ ਵਾਲੇ ਜਾਂ ਦੇਖਣ ਵਾਲੇ ਬੰਦੇ ਉਹ ਇਹ ਸਮਝਣ ਕਿ ਮੈਂ ਕੋਈ ਸਿੱਖ ਪ੍ਰਚਾਰਕ ਨਹੀਂ ਹੈ, ਨਾ ਮੈਂ ਕੋਈ ਸਿੱਖ ਕਥਾਕਾਰ ਰਿਹਾ। ਅਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਮੈਂ ਇਤਿਹਾਸਕਾਰ ਰਿਹਾ, ਪਰ ਇਤਿਹਾਸ ਦੇ ਵਿੱਚ ਮੇਰਾ ਦਿਲਚਸਪੀ ਹੈਗੀ ਆ। ਇਤਿਹਾਸ ਦਾ ਮੈਂ ਸਟੂਡੈਂਟ ਵੀ ਰਿਹਾ ਤਾਂ ਇਤਿਹਾਸ ਦਾ ਮੈਂ ਟੀਚਰ ਵੀ ਰਿਹਾ। ਸੋ ਜਿਹੜੀ ਗੱਲ ਅਸੀਂ ਅੱਜ ਇਹ ਕਰਨੀ ਹੈਗੀ ਆ, ਇਹ ਸਾਰੀ ਇੱਕ ਇਤਿਹਾਸਕ ਐਂਗਲ ਤੋਂ ਹੋਣੀ ਹੈ। ਦੇਖੋ, ਸਿੱਖ ਪ੍ਰਚਾਰਕਾਂ ਦਾ ਬੜਾ ਯੋਗਦਾਨ ਹੈ ਸਿੱਖੀ ਨੂੰ ਫੈਲਾਉਣ ਦੇ ਵਿੱਚ, ਉਹਨੂੰ ਅਸੀਂ ਘਟਾ ਕੇ ਨਹੀਂ ਦੇਖਦੇ, ਪਰ ਉਹ ਜਿਹੜਾ ਸਿੱਖ ਪ੍ਰਚਾਰਕ ਹੈ ਉਹ ਇੱਕ ਆਪਣੇ ਨਜ਼ਰੀਏ ਤੋਂ ਗੱਲ ਕਰਦਾ। ਇਤਿਹਾਸ ਦੇ ਵਿੱਚ ਦਿਲਚਸਪੀ ਰੱਖਣ ਵਾਲਾ ਜਿਹੜਾ ਬੰਦਾ ਉਹ ਆਪਣੇ ਨਜ਼ਰੀਏ ਤੋਂ ਗੱਲ ਕਰਦਾ। ਸੋ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ, ਇਹ ਸਾਰੀ ਇੱਕ ਇਤਿਹਾਸਕ ਨਜ਼ਰੀਏ ਤੋਂ ਗੱਲ ਕਰਨੀ ਆ, ਔਰ ਉਹਦੇ ਨਰੋਲ ਜਿੱਦਾਂ ਕਹਿ ਲਓ ਵੀ ਨਰੋਲ ਤੱਥ ਆਪਾਂ ਮੂਹਰੇ ਲਿਆਉਣੇ ਆ, ਜੋ ਫੈਕਟਸ ਸੀਗੇ ਉਹ ਰੱਖ ਦੇਣੇ ਆ। ਉਹ ਫੈਕਟਸ ਦੇ ਆਧਾਰ ਦੇ ਉੱਤੇ ਆਪਣੇ ਦੇਖਣ ਵਾਲੇ ਜਿਹੜੇ ਹੈਗੇ ਉਹ ਆਪਣੀ ਓਪੀਨੀਅਨ ਫਾਰਮ ਕਰ ਲੈਣ ਜੋ ਸਮਝਦੇ ਆ, ਪਰ ਉਹਦੇ ਵਿੱਚ ਉਹ ਇੱਦਾਂ ਨਹੀਂ ਹੈ ਵੀ ਅਸੀਂ ਇੱਥੇ ਪ੍ਰਚਾਰ ਕਰਨਾ ਵੀ ਵਿਆਹ ਬਹੁਤ ਚੰਗਾ ਹੈ ਜਾਂ ਬਹੁਤ ਮਾੜਾ ਹੈ। ਇੱਕ ਇਤਿਹਾਸਕ ਐਂਗਲ ਤੋਂ ਗੱਲ ਕਰਾਂਗੇ, ਇਹ ਗੱਲ ਮੈਂ ਜ਼ਰੂਰ ਕਲੀਅਰ ਕਰਨੀ ਚਾਹੁੰਦਾ ਜੀ। ਦੂਸਰੀ ਗੱਲ ਇਹ ਹੈਗੀ ਆ ਵੀ ਗੁਰੂ ਸਾਹਿਬ ਦੀ ਪਰਸਨੈਲਿਟੀ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਆ ਕਿ ਗੁਰੂ ਸਾਹਿਬ ਜਿਸ ਵਕਤ ਆਏ ਉਸ ਵੇਲੇ ਉਹਨਾਂ ਦੇ ਹਾਲਾਤ ਕੀ ਸੀ, ਕਿਹਨਾਂ ਹਾਲਾਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। ਹੁਣ ਉਹਦੇ 'ਚ ਇੱਕ ਗੱਲ ਪਹਿਲਾਂ ਨੋਟ ਕਰਨ ਵਾਲੀ ਇਹ ਗੱਲ ਆ ਕਿ ਜਦੋਂ ਗੁਰੂ ਸਾਹਿਬ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਉੱਪਰ ਇਹ ਸਿੱਖੀ ਨੂੰ ਅੱਗੇ ਲਿਜਾਣ ਦਾ ਜਿਹੜਾ ਬੋਝ ਆਇਆ, ਉਹਦੇ ਵਿੱਚ ਉਸ ਵੇਲੇ ਸਿੱਖ ਆਰਗੇਨਾਈਜੇਸ਼ਨ ਜਿਹੜੀ ਸੀਗੀ ਉਹ ਆਲਮੋਸਟ ਜਿਹੜੀ ਹੈਗੀ ਆ ਉਹ ਧਰਮ ਬਰਮ ਹੋ ਚੁੱਕੀ ਸੀ। ਉਹ ਜਿਹੜਾ ਕੋਈ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਦੇ ਵਿੱਚ ਜਿਹੜੀ ਆਰਮੀ ਵੀ ਸੀ, ਉਸ ਵੇਲੇ ਉਹਨੇ ਕੋਈ ਆਰਮੀ ਇਨਹੈਰਿਟ ਨਹੀਂ ਕੀਤੀ। ਉਸ ਵੇਲੇ ਆਰਮੀ ਉਹ ਆਲਮੋਸਟ ਖਤਮ ਸੀ। ਬਾਕੀ ਸਿੱਖ ਆਰਗੇਨਾਈਜੇਸ਼ਨ ਜਿੱਥੇ ਤੱਕ ਸੀ, ਇੱਕ ਸਿੱਖ ਆਰਗੇਨਾਈਜੇਸ਼ਨ ਉਸ ਵੇਲੇ ਸਾਰੀ ਜਿਹੜੀ ਸੀਗੀ ਉਹ ਮਸੰਦ ਸਿਸਟਮ ਦੇ ਅਧੀਨ ਚੱਲ ਰਹੀ ਸੀ। ਮਸੰਦ ਸਿਸਟਮ ਨੇ ਬਹੁਤ ਯੋਗਦਾਨ ਪਾਇਆ ਸਿੱਖੀਜ਼ਮ ਨੂੰ ਅੱਗੇ ਲਿਆਉਣ ਦੇ ਵਿੱਚ, ਪਰ ਉਸ ਵੇਲੇ ਤੱਕ ਜਿਹੜੀ ਮਸੰਦ ਸਿਸਟਮ ਦੀ ਹਾਲਤ ਸੀ ਉਹ ਇਹ ਸੀ ਕਿ ਮਸੰਦ ਸਿਸਟਮ ਨੇ ਸਿੱਖ ਆਰਗੇਨਾਈਜੇਸ਼ਨ ਦੇ ਉੱਪਰ ਪੂਰਾ ਕਬਜ਼ਾ ਕਰ ਲਿਆ ਸੀ, ਜਕੜ ਲਿਆ ਸੀ। ਔਰ ਜਿਹੜੀ ਗੁਰੂਸ਼ਿਪ ਦੀ ਸੈਂਟਰਲ ਪਾਵਰ ਸੀ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ। ਉਹ ਇੰਨੀ ਕਮਜ਼ੋਰ ਹੋ ਚੁੱਕੀ ਸੀ ਜਾਂ ਮਸੰਦਾਂ ਦਾ ਜ਼ੋਰ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਸਾਨੂੰ ਯਾਦ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਉਹਨੇ ਇੱਕ ਵਾਰ ਜਿਹੜਾ ਹੈਗਾ ਹਰਿਮੰਦਰ ਸਾਹਿਬ ਦੇ ਵਿੱਚ ਐਂਟਰ ਵੀ ਨਹੀਂ ਹੋਣ ਦਿੱਤਾ। ਮਸੰਦ ਸਿਸਟਮ ਇੰਨਾ ਮਜ਼ਬੂਤ ਹੋ ਗਿਆ ਸੀ। ਸੋ ਇਸ ਪੱਖੋਂ ਵੀ ਆਰਗੇਨਾਈਜੇਸ਼ਨਲੀ ਗੁਰੂ ਸਾਹਿਬ ਨੂੰ ਕੋਈ ਇਨਹੈਰਿਟ ਚੰਗੀ ਚੀਜ਼ ਨਹੀਂ ਉਹਨੇ ਕੀਤੀ। ਬਾਕੀ ਆ ਜਾਂਦੇ ਫਾਈਨੈਂਸਸ। ਆਰਗੇਨਾਈਜੇਸ਼ਨ ਦੇ ਜਿੰਨੇ ਫਾਈਨੈਂਸਸ ਸੀਗੇ ਉਹ ਸਾਰੇ ਮਸੰਦ ਇਕੱਠੇ ਕਰਦੇ ਸੀ। ਮਸੰਦ ਜਿਹੜੇ ਸੀ ਉਹ ਇਕੱਠੇ ਕਰਕੇ ਗੁਰੂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਂਦੇ ਸੀ। ਇਹ ਰੀਤ ਤੁਰੀ ਆਉਂਦੀ ਸੀ ਪਹਿਲਾਂ ਤੋਂ, ਜਿਸ ਵੇਲੇ ਮਸੰਦ ਸਿਸਟਮ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ ਵਿੱਚ ਸ਼ੁਰੂ ਹੋਇਆ। ਪਰ ਬਾਈ ਦੀ ਟਾਈਮ ਗੁਰੂ ਸਾਹਿਬ ਆਏ, ਉਸ ਵੇਲੇ ਮਸੰਦ ਸਿਸਟਮ ਨੇ ਉਹਨੇ ਪੈਸੇ ਇਕੱਠੇ ਕਰਨੇ, ਦਸਵੰਧ ਇਕੱਠਾ ਕਰਨਾ ਹੈ, ਪਰ ਉਹ ਗੁਰੂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਨਹੀਂ ਕਰਾਉਂਦੇ ਆ ਗਏ। ਸੋ ਉਹਦਾ ਮਤਲਬ ਇਹ ਸੀ ਕਿ ਗੁਰੂ ਸਾਹਿਬ ਦੀ ਉਸ ਵੇਲੇ ਜਾਂ ਸਿੱਖ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਸੀ ਉਹ ਵੀ ਬਹੁਤ ਖਰਾਬ ਹੋ ਚੁੱਕੀ ਸੀ ਜਾ ਕੇ। ਅਗਲੀ ਗੱਲ ਉਹਨਾਂ ਦੇ ਵਿੱਚ ਇਹ ਸੀਗੀ ਕਿ ਗੁਰੂ ਸਾਹਿਬ ਜਿਸ ਦਾ ਉਹਨਾਂ ਨੇ ਜਾ ਕੇ ਅਸੀਂ ਕਹਿ ਸਕਦੇ ਹਾਂ ਮੁਕਾਬਲਾ ਕਰਨਾ ਸੀ, ਜਿਹੜਾ ਉਸ ਵੇਲੇ ਸੀ ਉਹ ਉਸ ਵੇਲੇ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਸੀ, ਮੁਗਲ ਸਾਮਰਾਜ। ਹੁਣ ਇਹ ਟਾਈਮ ਗੁਰੂ ਸਾਹਿਬ ਦਾ ਕਿਹੜਾ ਸੀ? ਗੁਰੂ ਸਾਹਿਬ ਦਾ ਜਨਮ 1666 ਵਿੱਚ ਹੋਇਆ। 1666 ਦੇ ਵਿੱਚ ਅਸੀਂ ਦੇਖਦੇ ਹਾਂ ਇਹ ਉਸ ਵੇਲੇ ਜੇ ਦੇਖਿਆ ਜਾਵੇ ਜਿਸ ਵੇਲੇ ਗ੍ਰੇਟ ਫਾਇਰ ਆਫ ਲੰਡਨ ਲੱਗੀ ਹੈ ਉਹ ਸੀਗੀ। ਤਾਂ ਉਹ ਤੋਂ ਬਾਅਦ ਜਿਸ ਵੇਲੇ ਭੰਗਾਣੀ ਦਾ ਪਹਿਲਾ ਯੁੱਧ ਹੋਇਆ ਤਾਂ ਉਹ ਇੰਗਲੈਂਡ ਦੇ ਵਿੱਚ ਗਲੋਰੀਅਸ ਰੈਵੋਲੂਸ਼ਨ ਆਇਆ, ਜਿਸ ਵੇਲੇ ਉਹ ਮੈਰੀ ਤਾਂ ਉਹਦਾ ਹਸਬੈਂਡ ਬਾਦਸ਼ਾਹ ਬਣੇ ਉਹ ਸੀ। ਤੇ ਦੂਜੀ ਸਫਾਵਿਦ ਅੰਪਾਇਰ ਬੜੀ ਸੀ ਈਰਾਨ ਦੀ ਉਸ ਵੇਲੇ ਸੀ, ਪਰ ਮੁਗਲ ਸਾਮਰਾਜ ਦੇ ਮੁਕਾਬਲੇ 'ਚ ਕੁਛ ਨਹੀਂ ਸੀ। ਉੱਧਰ ਰਸ਼ੀਆ ਦੇ ਵਿੱਚ ਪੀਟਰ ਦੀ ਗ੍ਰੇਟ ਸੀ, ਤਕੜਾ ਸੀ, ਪਰ ਜਿਹੜੀ ਸਭ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਸੀ ਉਹ ਮੁਗਲ ਸਾਮਰਾਜ ਸੀ। ਉਸ ਵੇਲੇ ਔਰੰਗਜ਼ੇਬ ਦਾ ਰਾਜ ਸੀ ਔਰ ਪੂਰੇ ਅਰੂਜ ਤੇ ਸੀ।
ਸੋ ਇੱਕ ਪਾਸਿਓਂ ਤਾਂ ਇੱਧਰ ਆਰਗੇਨਾਈਜੇਸ਼ਨ ਬਹੁਤ ਖਰਾਬ ਹੋਈ ਹੋਈ ਆ, ਉਧਰ ਏਸ਼ੀਆ ਦੀ ਮਾਈਟੀਐਸਟ ਪਾਵਰ ਜਿਹੜੀ ਆ ਉਹਦੇ ਨਾਲ ਫੇਸ ਕਰਨਾ ਹੈ। ਸੋ ਇਸ ਸੰਦਰਭ ਦੇ ਵਿੱਚ ਆਪਾਂ ਸਾਰਾ ਦੇਖਾਂਗੇ ਵੀ ਗੁਰੂ ਸਾਹਿਬ ਦਾ ਕੀ ਵਿਅਕਤੀਤਵ ਸੀ, ਕੀ ਪਰਸਨੈਲਿਟੀ ਸੀ, ਔਰ ਕਿੱਦਾਂ ਉਹਨੇ ਇਹ ਸਾਰੀ ਸਿਚੁਏਸ਼ਨ ਨੂੰ ਫੇਸ ਕੀਤਾ ਜਾਵੇ। ਇੱਕ ਵੈਸੇ ਗੱਲ ਜਿਹੜੀ ਹੋਰ ਮਹੱਤਵਪੂਰਨ ਸੀ ਵੀ ਉਸ ਵੇਲੇ ਉਹਨਾਂ ਹਾਲਾਤਾਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਖਾਸ ਤੌਰ ਤੇ ਉਸ ਇਲਾਕੇ 'ਚ ਸਤਲੁਜ ਦੇ ਇਧਰਲੇ ਪਾਸੇ ਲੋਕਾਂ ਦਾ ਮੋਰਾਲ ਬਹੁਤ ਡਾਊਨ ਸੀ। ਉਸ ਵੇਲੇ ਉਸ ਇਲਾਕੇ ਦੇ ਲੋਕਾਂ ਦੇ ਵਿੱਚ ਉਹ ਜੋਸ਼ੋ ਖਰੋਸ਼ ਜਾਂ ਸਪਿਰਿਟ ਨਹੀਂ ਸੀ, ਔਰ ਉਹ ਕੁਚਲੇ ਪਏ ਲੋਕ ਸਨ। ਉਹਨਾਂ ਨੂੰ ਉਸ ਵੇਲੇ ਦੁਬਾਰਾ ਉਹਨਾਂ ਦੇ ਵਿੱਚ ਨਵੀਂ ਰੂਹ ਫੂਕਣ ਲਈ ਗੁਰੂ ਸਾਹਿਬ ਨੇ ਕੀ ਕੀਤਾ? ਹਾਂ, ਇਹ ਜਿਹੜੀ ਤੁਹਾਡੀ ਗੱਲ ਹੈ ਜੀ, ਇਹ ਤਾਂ ਕਿਉਂਕਿ ਲੋਕ ਉਸ ਵੇਲੇ ਜਿਹੜੇ ਸੀਗੇ ਉਹ ਕੋਈ ਫਾਈਟਿੰਗ ਮੂਡ ਵਿੱਚ ਨਹੀਂ ਸੀ, ਬਹੁਤ ਦਬ ਗਏ ਸੀ, ਬਹੁਤ ਦਬੇ ਹੋਏ ਸੀ ਉਸ ਵੇਲੇ। ਸੋ ਉਹਦੇ ਲਈ ਜਿਹੜਾ ਗੁਰੂ ਸਾਹਿਬ ਦੀ ਕੰਟਰੀਬਿਊਸ਼ਨ ਹੈ ਉਹ ਆਪਾਂ ਡਿਸਕਸ ਕਰਦੇ ਹਾਂ ਜੀ। ਪਹਿਲਾਂ ਆਪਾਂ ਜਿਹੜਾ ਹੈਗਾ ਆ ਉਹ ਪੋਲੀਟੀਕਲ ਵਿਊਜ਼ ਲੈਂਦੇ ਹਾਂ ਉਹਨਾਂ ਦੇ ਜਾ ਕੇ, ਕਿਉਂਕਿ ਉਹਨਾਂ ਨੇ ਪੋਲੀਟੀਕਲ ਵਿਊਜ਼ ਆਪਣੇ ਦਿੱਤੇ। ਉਹਨੇ ਜੇ ਹੁਣ ਆਪਾਂ ਇਹ ਕਹਿ ਦਈਏ ਵੀ ਧਰਮ ਤਾਂ ਸਿਆਸਤ ਦੀ ਗੱਲ ਹੈ, ਉਹਨੇ ਧਰਮ ਤਾਂ ਸਿਆਸਤ ਨੂੰ ਜੋੜਿਆ। ਔਰ ਇਹ ਜਿਹੜੀ ਧਰਮ ਤਾਂ ਸਿਆਸਤ ਦੀ ਗੱਲ ਹੈ, ਇੱਕ ਮੈਂ ਇਹ ਪਹਿਲਾਂ ਜ਼ਰੂਰ ਵਾਜ਼ਿਆ ਕਰਦੇ ਹਾਂ ਕਿ ਇਹ ਇੰਡੀਅਨ ਹਿਸਟਰੀ ਜਾਂ ਈਵਨ ਵਰਲਡ ਹਿਸਟਰੀ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਹਰ ਧਰਮ ਸਿਆਸਤ ਨਾਲ ਜੁੜਿਆ। ਇਹ ਇਕੱਲਾ ਸਿੱਖੀਜ਼ਮ ਨਹੀਂ ਹੈ ਕਹਿੰਦੇ ਵੀ ਸਿੱਖ ਸਿਆਸਤ ਦੇ ਧਰਮ ਦਾ ਸਿਆਸਤ ਇੱਕ ਕਰਦੇ ਆ, ਸਾਰੇ ਧਰਮ ਜਿਹੜੇ ਹੈਗੇ ਆ ਉਹ ਸਿਆਸਤ ਨਾਲ ਜੁੜਿਆ। ਰਾਈਟ ਫਰੋਮ ਤੁਸੀਂ ਆਪਾਂ ਮਹਾਭਾਰਤ ਤੋਂ ਲੈ ਕੇ ਇੰਡੀਆ ਦਾ ਦੇਖ ਰਹੇ, ਧਰਮ ਉਹਦਾ ਹਿੱਸਾ ਰਿਹਾ ਸਿਆਸਤ ਦਾ ਜਾ ਕੇ। ਕ੍ਰਿਸਚੀਅਨਿਟੀ ਦੇ ਵਿੱਚ ਧਰਮ ਹਿੱਸਾ ਰਿਹਾ, ਇਸਲਾਮ ਦੇ ਵਿੱਚ ਧਰਮ ਹਿੱਸਾ ਰਿਹਾ। ਸੋ ਇਸ ਗੱਲ ਕਰਕੇ ਗੁਰੂ ਸਾਹਿਬ ਨੇ ਵੀ ਆਪਣੇ ਜਿਹੜੇ ਵਿਊ ਸੇ ਬੜੇ ਕਲੀਅਰ ਕੱਟ ਸ਼ਬਦਾਂ ਵਿੱਚ ਸਿਆਸਤ ਬਾਰੇ ਦਿੱਤੇ। ਮੇਰੇ ਖਿਆਲ ਇਹ ਵੀ ਬੜੀ ਪ੍ਰਚਲਿਤ ਰਹੀ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਭਲੇ। ਸਭ ਦਰੇ ਵਧੀਆ। ਅੱਛਾ, ਉਹਦੇ ਵਿੱਚ ਜਿਹੜਾ ਸੀਗਾ ਨਾ ਜੀ, ਜਿੱਥੇ ਤੱਕ ਫਿਰ ਸਿਆਸਤ ਦਾ ਤਾਲੁਕ ਆ, ਉਹ ਇੱਕ ਗੱਲ ਇੱਥੇ ਬਹੁਤ ਕਲੀਅਰ ਕਰਨ ਵਾਲੀ ਗੱਲ ਆ ਕਿ ਸਿੱਖੀ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਖਾਲਸੇ ਦੀ ਕ੍ਰੀਏਸ਼ਨ ਵੇਲੇ ਆਪਣੇ ਵਿਚਾਰ ਦਿੱਤੇ ਆ, ਉਹਦੇ ਵਿੱਚ ਬਾਦਸ਼ਾਹਤ ਲਈ ਕੋਈ ਜਗ੍ਹਾ ਨਹੀਂ ਹੈ, ਕਿੰਗਸ਼ਿਪ ਲਈ ਕੋਈ ਜਗ੍ਹਾ ਨਹੀਂ ਹੈ। ਇੱਕ ਡੈਮੋਕ੍ਰੈਟਿਕ ਸਿਸਟਮ ਉਹਨੇ ਦਿੱਤਾ ਔਰ ਕਲੈਕਟਿਵ ਲੀਡਰਸ਼ਿਪ ਦਾ ਦਿੱਤਾ, ਸਾਂਝੀ ਲੀਡਰਸ਼ਿਪ। ਹਾਂ, ਪੰਜ ਪਿਆਰੇ ਜਿਹਨੂੰ ਆਪਾਂ ਕਹਿ ਸਕਦੇ, ਕਲੈਕਟਿਵ ਲੀਡਰਸ਼ਿਪ ਹੈ, ਸਾਂਝੀ ਲੀਡਰਸ਼ਿਪ ਹੋਣੀ ਆ, ਇੱਕ ਬੰਦੇ ਦੇ ਹੱਥ ਵਿੱਚ ਨਹੀਂ ਹੈ। ਉਹਨੂੰ ਨਹੀਂ, ਉਹ ਇੱਕ ਜਿੱਦਾਂ ਕੈਬਨਿਟ ਕਹਿ ਸਕਦੇ ਹਾਂ, ਕੁਝ ਵੀ ਕਹਿ ਸਕਦੇ ਹਾਂ। ਔਰ ਉਹ ਤੋਂ ਵੀ ਹੇਠਾਂ ਉਹਦੀ ਜਿਹੜੀ ਸੀ, ਉਹ ਤੋਂ ਹੇਠਾਂ ਵੀ ਫਿਰ ਇੱਕ ਸੰਗਤ ਜਿਹੜੀ ਸੀ ਉਹ ਲੀਡਰਸ਼ਿਪ ਤੋਂ ਵੀ ਉੱਪਰ ਕੀਤੀ। ਔਰ ਸੰਗਤ ਬਾਰੇ ਗੁਰੂ ਸਾਹਿਬ ਨੇ ਇਹ ਕਿਹਾ ਵੀ ਜਿਹੜੀ ਸੰਗਤ ਆ ਉਹ ਗੁਰੂ ਤੋਂ ਵੀ ਉੱਪਰ ਹੈ। ਬਿਲਕੁਲ। ਹੁਣ ਮੇਰਾ ਖਿਆਲ ਹੈ ਥਿੰਦ ਸਾਹਿਬ, ਇੱਦਾਂ ਦੀ ਮਿਸਾਲ ਜਿੱਥੇ ਤੱਕ ਮੈਨੂੰ ਪਤਾ ਹੈ ਹਿਸਟਰੀ ਦੇ ਵਿੱਚ ਨਹੀਂ ਮਿਲਦੀ ਵੀ ਜਿਹੜੇ ਕੋਲ ਪਾਵਰ ਹੈ ਉਹ ਆਪਣੀ ਪਾਵਰ ਨੂੰ ਸਬਆਰਡੀਨੇਟ ਕਰ ਰਿਹਾ, ਆਪਣੀ ਆਪਾਂ ਖੁਦ ਪਾਵਰ ਨੂੰ ਹੇਠਾਂ ਸਿੱਟ ਰਹੇ। इन्हीं की कृपा से सजे हम, इन्हीं की कृपा से सजे हमने मोसो गरीब करोड़ पड़े हैं। ਸੋ ਉਹ ਇੱਕ ਤਾਂ ਇਹ ਗੱਲ ਹੋ ਗਈ ਆ ਕਿ ਬਾਦਸ਼ਾਹਤ ਦੇ ਲਈ ਕੋਈ ਥਾਂ ਨਹੀਂ ਹੈ। ਹੁਣ ਉਹਦੇ ਵਿੱਚ ਸਵਾਲ ਇਹ ਆ ਜਾਂਦਾ ਜੀ ਵੀ ਜੇ ਬਾਦਸ਼ਾਹ ਦੇ ਵਿੱਚ ਥਾਂ ਨਹੀਂ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਹੈਗਾ ਆ ਉਹ ਰਾਜ ਕੀ ਉਹ ਸਿੱਖ ਰਾਜ ਨਹੀਂ ਸੀ। ਹੁਣ ਤੇ ਸਾਹਿਬ ਇਹਨੂੰ ਜੇ ਹਿਸਟਰੀ ਨੂੰ ਆਪਾਂ ਬਹੁਤ ਕਲੋਜ਼ਲੀ ਦੇਖੀਏ ਨਾ, ਕਲੋਜ਼ਲੀ ਇਹ ਦੇਖਿਆ ਜਿਹੜੀ ਗੁਰੂ ਸਾਹਿਬ ਨੇ ਦਿੱਤਾ ਸੀਗਾ ਨਾ ਜੀ ਵੀ ਤੁਸੀਂ ਕਿੱਦਾਂ ਚਲਾਉਣੀ ਹੈਗਾ, ਵੀ ਇਕੱਠੇ ਹੋ ਕੇ ਗੁਰਮਤਾ ਕਰਨਾ, ਗੁਰਮਤਾ ਸੰਗਤ ਨੇ ਕਰਨਾ ਹੈਗਾ, ਸਰਬੱਤ ਖਾਲਸੇ ਨੇ ਜੁੜਨਾ ਹੈ, ਗੁਰਮਤਾ ਕਰਨਾ, ਜਿਹੜਾ ਗੁਰਮਤੇ ਦਾ ਫੈਸਲਾ ਹੋਊਗਾ ਉਹ ਫੈਸਲਾ ਸਾਰਿਆਂ ਦੇ ਉੱਤੇ ਲਾਗੂ ਹੋਊਗਾ। ਹੁਣ ਇਹ ਜਿਹੜਾ ਚੀਜ਼ ਆ ਇਹ ਗੁਰੂ ਸਾਹਿਬ ਤੋਂ ਬਾਅਦ ਜਾਂ ਪੀਰੀਅਡ ਆਉਂਦਾ ਬੰਦੇ ਬਹਾਦਰ ਦਾ ਜੀ, ਬੰਦੇ ਬਹਾਦਰ ਤੋਂ ਫਿਰ ਡਾਰਕ ਪੀਰੀਅਡ ਆਉਂਦਾ, ਉਹ ਤੋਂ ਬਾਅਦ ਫਿਰ ਸਿੱਖ ਮਿਸਲਾਂ ਦਾ ਪੀਰੀਅਡ ਆ ਜਾਂਦਾ। ਸਿੱਖ ਮਿਸਲਾਂ ਨੇ ਟੋਟਲੀ ਜਿਹੜਾ ਰਾਜ ਇਹਦੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਜਿਹੜਾ ਸੀਗਾ ਉਹਨੇ ਇੱਕ ਰਾਜਾ ਨਹੀਂ ਬਣਾਇਆ। ਉਹ ਜਿਹੜੀਆਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ, ਗੁਰਮਤਾ ਕਰਦੀਆਂ ਸੀ, ਉਹ ਸਰਬੱਤ ਖਾਲਸੇ ਦੀ ਮੀਟਿੰਗ ਹੁੰਦੀ ਸੀ, ਗੁਰਮਤੇ ਦੇ ਵਿੱਚ ਜਿਹੜਾ ਫੈਸਲਾ ਆ ਉਹ ਸਾਰਿਆਂ ਤੇ ਲਾਗੂ ਹੁੰਦਾ ਸੀ। ਪਰ ਉਹ ਜਿਹੜਾ ਫੈਸਲਾ ਸੀਗਾ ਜੀ, ਉਹ ਜਿਹੜਾ ਰਾਜ ਪ੍ਰਬੰਧ ਜਿਹੜਾ ਉਹਨੇ ਦਾ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਚੱਲਿਆ ਨਹੀਂ। ਚੱਲਿਆ ਇਸ ਕਰਕੇ ਨਹੀਂ ਹੈ ਜੀ ਵੀ ਉਹ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਸੀ, ਲੋਕ ਉਹਦੇ ਲਈ ਰੈਡੀ ਨਹੀਂ ਸੀ। ਉਹ ਤਾਂ ਅੱਜ ਦੇ ਸਮੇਂ ਦੀ ਗੱਲ ਹੈ, ਅੱਜ ਦੇ ਸਮੇਂ ਦੀ ਗੱਲ ਹੈ। ਉਹ ਤੋਂ ਬਾਅਦ ਜਦ ਮਹਾਰਾਜਾ ਸਾਹਿਬ ਰਣਜੀਤ ਸਿੰਘ ਹੁਣੀ ਆਏ, ਉਹਨੇ ਦੇਖਿਆ ਵੀ ਇਹ ਇੱਦਾਂ ਚੱਲਣਾ ਨਹੀਂ ਹੈਗਾ। ਸੋ ਗੁਰਮਤੇ ਨੂੰ ਥੋੜੀ ਦੇਰ ਤੱਕ ਬਰਕਰਾਰ ਰੱਖਿਆ, ਪਰ ਮੇਰਾ 1813 ਜਾਂ 14 ਦੇ ਵਿੱਚ ਉਹਨੇ ਫਿਰ ਗੁਰਮਤਾ ਖਤਮ ਕਰਤਾ, ਆਪਣਾ ਰਾਜ ਐਸਟੈਬਲਿਸ਼ ਕੀਤਾ। ਪਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਰਾਜ ਤਾਂ ਆਪਣਾ ਉਹ ਕੀਤਾ, ਪਰ ਫਿਰ ਵੀ ਉਹ ਕਹਿੰਦੇ ਇਹੀ ਸੀ ਸਰਕਾਰੇ ਖਾਲਸਾ ਵੀ ਮੈਂ ਤਾਂ ਇੱਕ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਹੀ ਜਾ ਕੇ, ਜਿੰਨਾ ਉਹ ਸਿੱਖ ਸਿਧਾਂਤਾਂ ਦੇ ਮੁਤਾਬਕ ਉਸ ਸਮੇਂ ਦੇ ਵਿੱਚ ਰਾਜ ਨੂੰ ਚਲਾ ਸਕਦੇ ਸੀ ਉਹਨੇ ਚਲਾਇਆ ਔਰ ਚਲਾਉਣ ਦੀ ਕੋਸ਼ਿਸ਼ ਕੀਤੀ। ਪਰ ਇਹ ਮਹਾਰਾਜਾ ਰਣਜੀਤ ਸਿੰਘ ਕਰਕੇ ਨਹੀਂ ਹੈ, ਇਹ ਸਮਝ ਨਹੀਂ ਸੀ ਕਿਉਂਕਿ ਉਹ ਸਮਾਂ ਰੈਡੀ ਨਹੀਂ ਸੀ ਉਸ ਦੇ ਲਈ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਹੁਣ ਉਹ ਗੱਲ ਉਹ ਕੁਝ ਹੋ ਰਿਹਾ।
ਹੁਣ ਤਾਂ ਜਿਹੜੀ ਹੈਗੀ ਆ ਕਲੈਕਟਿਵ ਲੀਡਰਸ਼ਿਪ ਵੀ ਹੈਗੀ ਆ, ਡੈਮੋਕ੍ਰੈਟਿਕ ਸਿਸਟਮ ਵੀ ਹੈਗਾ ਆ, ਸੰਗਤ ਵੀ ਗੱਲ ਫੈਸਲੇ ਕਰਦੀ ਆ। ਸੋ ਇੱਕ ਤਾਂ ਜਿਹੜੀ ਹੈਗੀ ਆ ਇਹ ਗੱਲ ਆਪਾਂ ਸਾਫ਼ ਕਰ ਲਈਏ ਕਿ ਕਿੰਗਸ਼ਿਪ ਜਿਹੜੀ ਹੈਗੀ ਉਹ ਹੈ ਨਹੀਂ। ਦੇਖੋ बड़े स्पष्ट शब्द, राजन को मैं रंक बनाऊं, पूप गरीबन को कहलाऊं। कला यही नहीं है खान साहब पे ਜਿਹੜਾ ਗੁਰੂ ਸਾਹਿਬ ਨੇ ਰਾਜਨ ਕੋ ਰੰਕ ਬਣਾਉਣ ਦੀ ਗੱਲ ਕੀਤੀ ਆ, ਸਿੱਖੀਜ਼ਮ ਦੇ ਵਿੱਚ ਪਹਿਲਾਂ ਤੋਂ ਹੀ ਰਾਜਿਆਂ ਪ੍ਰਤੀ ਕੋਈ ਇਦਾਂ ਦੀ ਰਾਜੇ ਸ਼ੀ ਮੁਕੱਦਮ ਹੁੰਦੇ ਆ, ਇਹ ਪਹਿਲਾਂ ਤੋਂ ਹੀ ਜਿਹੜਾ ਹੈਗਾ ਆ ਸਿੱਖੀ ਨੇ ਇਹਨੂੰ ਨਕਾਰਿਆ। ਸੋ ਜਿਹੜਾ ਹੈਗਾ ਆ ਸਿੱਖੀਜ਼ਮ ਆਲਵੇਜ਼ ਜਿਹੜਾ ਹੈਗਾ ਇਹ ਡੈਮੋਕ੍ਰੈਟਿਕ ਸਿਸਟਮ ਦੇ ਉੱਪਰ ਖੜਾ ਹੈਗਾ। ਸਿੱਖ ਪੋਲਿਟੀ ਜਿਹੜੀ ਹੈ ਡੈਮੋਕ੍ਰੈਟਿਕ ਸਿਸਟਮ ਦੇ ਉੱਪਰ ਖੜੀ ਹੈਗੀ ਆ, ਤੇ ਇਹਦਾ ਹੀ ਉਹਨੇ ਉਸ ਵੇਲੇ ਪ੍ਰਚਾਰ ਕੀਤਾ। ਸੋ ਇੱਕ ਤਾਂ ਇਹ ਗੱਲ ਕਲੀਅਰ ਹੋ ਗਈ ਆਪਣੀ ਗੁਰੂ ਸਾਹਿਬ ਦੀ ਪਰਸਨੈਲਿਟੀ ਦੀ ਸੀ ਕਿ ਉਹ ਟਰੂਲੀ ਡੈਮੋਕ੍ਰੈਟਿਕ ਸੀ। ਔਰ ਪਰ ਉਹ ਜਿਹੜੀ ਗੱਲ ਉਹਦੀ ਕੀਤੀ ਉਹ ਅੱਜ ਤੋਂ 300 ਸਾਲ ਪਹਿਲਾਂ ਗੱਲ ਕੀਤੀ ਉਹਨੇ, 300 ਸਾਲ ਨਾਲੋਂ ਵੀ ਵੱਧ ਪਹਿਲਾਂ ਗੱਲ ਕੀਤੀ ਜਾ ਕੇ। ਔਰ ਉਸ ਵੇਲੇ ਜਿਹੜੀ ਸੀ ਪੀਪਲ ਆਫ ਇੰਡੀਆ, ਪੀਪਲ ਦਾ ਪੰਜਾਬ ਦੇ ਜਿਹੜੇ ਉੱਥੇ ਦੇ ਲੋਕ ਸੀ ਉਹ ਉਸ ਵੇਲੇ ਤਿਆਰ ਨਾ ਸੀ ਉਸ ਵੇਲੇ, ਕਿਉਂਕਿ ਉਹਨੀ ਤਾਂ ਰਾਜ ਦੇਖਿਓ ਸੀ, ਅਬਦਾਲੀ ਦਾ ਦੇਖਿਆ ਸੀ, ਉਹ ਤਾਂ ਔਰੰਗਜ਼ੇਬ ਦਾ ਦੇਖਦਾ, ਮੁਗਲਾਂ ਦੇ ਜ਼ਬਰ ਦੇ ਬਾਦਸ਼ਾਹ ਦੇ ਤਿਆਰ ਸੀ, ਜੱਦੀ ਪੁਸ਼ੀ ਕੰਮ ਚੱਲਦਾ ਹੁੰਦਾ ਸੀਗਾ ਜਾ ਕੇ। ਪਰ ਇਹ ਉਹਨਾਂ ਦੀ ਸੋਚ ਸੀ ਕਿ ਉਹਨੇ 300 ਸਾਲ ਪਹਿਲਾਂ ਇਹ ਕਨਸੈਪਟ ਦੇਤਾ ਜਿਹੜਾ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਅਪਣਾਇਆ ਜਾ ਰਿਹਾ। ਅੱਜ ਸਾਰੀ ਦੁਨੀਆ ਜਿਹੜੀ ਹੈਗੀ ਉਹਨੂੰ ਐਕਸੈਪਟ ਕਰ ਰਹੀ ਹੈ ਜਿਹੜੀ ਹੈਗੀ।